हाँ जी बेटा, ਆਪਾਂ ਕਰਦੇ ਪਏ ਸੀ ਚੈਪਟਰ ਨੰਬਰ 2 ਓਲੰਪਿਕਸ। ਇਹਦੇ ਵਿੱਚ ਬੇਟਾ ਆਪਾਂ ਕਰਦੇ ਪਏ ਸੀਗੇ ਟੌਪਿਕ ਮਾਡਰਨ ਓਲੰਪਿਕਸ। ਹੁਣ ਆਪਾਂ ਨੈਕਸਟ ਸਟਾਰਟ ਕਰਦੇ ਹਾਂ। ਨਵੰਬਰ 25 1892 ਨੂੰ ਡੀ ਕੈਬਰੀਅਨ ਨੇ ਪਹਿਲੀ ਵਾਰ ਪੈਰਿਸ ਦੇ ਸੌਰਬੋਰਨ ਵਿਖੇ ਇੱਕ ਪਬਲਿਕਲੀ ਇੱਕ ਭਾਸ਼ਣ ਦਿੱਤਾ, ਜਿਹਦੇ ਵਿੱਚ ਯਕੀਨ ਦਿਵਾਇਆ ਗਿਆ ਕਿ ਏਸ਼ੀਅਨ ਗੇਮ ਦਾ ਮਾਡਰਨ ਰਿਵਾਈਵਲ ਹੋਣਾ ਚਾਹੀਦਾ ਹੈ। ਉਸ ਦਾ ਲੈਕਚਰ ਇੱਕ ਓਵੇਸ਼ਨ ਵਾਂਗ ਲਿਆ ਗਿਆ, ਜਿਵੇਂ ਮਤਲਬ ਇੱਕ ਤਿਉਹਾਰ ਦੇ ਵਾਂਗ ਲਿਆ ਗਿਆ। ਡੀ ਕੈਬਰੇਜ ਨੇ ਇੱਕ ਇੰਟਰਨੈਸ਼ਨਲ ਕਾਨਫਰੰਸ ਬੁਲਾਈ 16 ਤੋਂ 23 ਜੂਨ 1894 ਵਿੱਚ ਹਾਲ ਆਫ ਸਾਇੰਸ ਦੇ ਵਿੱਚ। 13 ਕੰਟਰੀਜ਼ ਨੇ ਰਿਪਰੈਜ਼ੈਂਟੇਟਿਵ ਨੂੰ ਭੇਜਿਆ ਅਤੇ 21 ਹੋਰਾਂ ਨੇ ਸਮਰਥਨ ਦੇ ਸੰਦੇਸ਼ ਭੇਜੇ ਵੀ ਅਸੀਂ ਵੀ ਪਾਰਟੀਸਪੇਟ ਕਰਾਂਗੇ ਇਹਦੇ ਵਿੱਚ। ਆਖਰੀ ਦਿਨ ਇਹ ਮਤਾ ਪਾਸ ਕੀਤਾ ਗਿਆ ਕਿ ਹਰ ਚੌਥੇ ਸਾਲ ਗ੍ਰੀਕ ਓਲੰਪਿਕਸ ਦੀ ਤਰਜ਼ 'ਤੇ ਸਪੋਰਟਸ ਕੰਪੀਟੀਸ਼ਨਸ ਕਰਵਾਏ ਜਾਣੇ ਚਾਹੀਦੇ ਹਨ। ਹਰ ਕੰਟਰੀ ਨੂੰ ਇਸ ਵਿੱਚ ਪਾਰਟੀਸਪੇਟ ਕਰਨ ਲਈ ਇਨਵੀਟੇਸ਼ਨ ਭੇਜਿਆ ਜਾਣਾ ਚਾਹੀਦਾ ਹੈ। ਡੀ ਕੈਮਰੀਅਨ ਨੇ ਸੈਂਚੁਰੀ ਦੇ ਸਟਾਰਟਿੰਗ ਵਿੱਚ ਪੈਰਿਸ ਵਿੱਚ ਹੋਣ ਵਾਲੀਆਂ ਪਹਿਲੀਆਂ ਗੇਮਸ ਦੀ ਕਲਪਨਾ ਕੀਤੀ। ਇੱਕ ਗ੍ਰੀਕ ਮਤਾ ਪਾਸ ਕੀਤਾ ਗਿਆ ਜਿਸ ਨਾਲ ਗ੍ਰੀਕ ਨੂੰ ਫਸਟ ਸੈਲੀਬ੍ਰੇਸ਼ਨ ਕਰਨ ਦਾ ਔਨਰ ਮਿਲਿਆ 1896 ਦੇ ਵਿੱਚ ਐਥਨਸ ਦੇ ਵਿੱਚ। ਬੇਟਾ ਜਿਹੜੀ ਸਭ ਤੋਂ ਪਹਿਲਾਂ ਮਾਡਰਨ ਓਲੰਪਿਕਸ ਗੇਮਸ ਹੋਈਆਂ ਸੀਗੀਆਂ ਉਹ ਐਥਨਸ 'ਚ ਹੋਈਆਂ ਸੀਗੀਆਂ 1896 ਦੇ ਵਿੱਚ। ਜਿਹੜੀਆਂ ਬੇਟਾ ਆਪਾਂ ਕਹਿ ਦਿੰਦੇ ਹਾਂ ਜੀ ਏਸ਼ੀਅਨ ਓਲੰਪਿਕਸ ਵੀ ਆ, ਉਹ ਵੀ ਐਥਨਸ ਦੇ ਵਿੱਚ ਹੀ ਹੋਈਆਂ ਸੀਗੀਆਂ, ਗ੍ਰੀਸ ਦੇ ਵਿੱਚ। ਉਸ ਤੋਂ ਬਾਅਦ ਬੇਟਾ April 6 1894 ਨੂੰ 1503 ਈਅਰਸ ਦੇ ਬਾਅਦ 80,000 ਐਥਨਸ ਨੇ ਮਾਡਰਨ ਓਲੰਪਿਕਸ ਵੇਖੀ। ਇੰਨੇ ਸਾਲਾਂ ਬਾਅਦ ਹੋਈ, 1503 ਸਾਲਾਂ ਬਾਅਦ ਦੁਬਾਰਾ ਓਲੰਪਿਕਸ ਹੋਈ। ਪੈਰਿਸ ਕਾਨਫਰੰਸ ਵਿੱਚ 34 ਕੰਟਰੀਜ਼ ਨੇ ਇਸ ਦਾ ਸਮਰਥਨ ਤੋਂ ਇਲਾਵਾ ਸਿਰਫ 14 ਨੇ ਆਪਣੇ ਨੁਮਾਇੰਦੇ ਭੇਜੇ, ਮਤਲਬ ਆਪਦੇ ਪਲੇਅਰ ਭੇਜੇ 14 ਕੰਟਰੀਜ਼ ਨੇ। ਐਂਡ 241 ਐਥਲੀਟਸ ਨੇ 43 ਈਵੈਂਟਸ ਵਿੱਚ ਪਾਰਟੀਸਪੇਟ ਕੀਤਾ। ਫਸਟ ਮਾਡਰਨ ਓਲੰਪਿਕ ਗੇਮਸ ਵਿੱਚ ਐਥਲੈਟਿਕਸ, ਜਿਮਨਾਸਟਿਕ, ਰੈਸਲਿੰਗ, ਵੇਟ ਲਿਫਟਿੰਗ, ਸਵਿਮਿੰਗ, ਸ਼ੂਟਿੰਗ, ਫੈਂਸਿੰਗ, ਸਾਈਕਲਿੰਗ ਐਂਡ ਟੈਨਿਸ ਸ਼ਾਮਿਲ ਸਨ। ਇੱਕ ਛੋਟੀ ਜਿਹੀ ਅਮਰੀਕੀ ਟੀਮ ਨੇ 12 ਵਿੱਚੋਂ 9 ਟਰੈਕ ਐਂਡ ਫੀਲਡ ਇਵੈਂਟ ਜਿੱਤੇ, ਜਦਕਿ ਜਰਮਨਸ ਨੇ ਜਿਮਨਾਸਟਿਕ ਐਂਡ ਫ੍ਰੈਂਚ ਨੇ ਸਾਈਕਲਿੰਗ 'ਤੇ ਹਾਵੀ ਰਹੇ। ਗ੍ਰੀਕ ਡਿਪਰੈਸਡ ਹੋ ਗਏ ਇੱਕ ਲਿਟਲ ਵਜੋਂ ਵੀ, ਇੱਥੋਂ ਤੱਕ ਕਿ ਜਿਸ ਨੂੰ ਨੈਸ਼ਨਲ ਸਪੈਸ਼ਲਿਸਟ ਮੰਨਦੇ ਸਨ, ਜਿਵੇਂ ਕਿ ਡਿਸਕਸ ਥਰੋ ਵਿੱਚ, ਉਹਦੇ ਵਿੱਚ ਵੀ ਉਹਨਾਂ ਨੂੰ ਕੋਈ ਮੈਡਲ ਨਹੀਂ ਆਇਆ ਸੀ। ਹੁਣ ਬੇਟਾ ਅੱਗੇ ਆ ਗਿਆ ਜੀ ਓਲੰਪਿਕ ਗਵਰਨਿੰਗ ਬਾਡੀ। ਹੁਣ ਇਹਦੇ ਵਿੱਚ ਇੰਟਰਨੈਸ਼ਨਲ ਓਲੰਪਿਕ ਕਮੇਟੀ ਮਾਡਰਨ ਓਲੰਪਿਕ ਗੇਮ ਲਈ ਸੁਪਰੀਮ ਕੰਟਰੋਲਿੰਗ ਕਰਨ ਵਾਲੀ ਬਾਡੀ ਹੈ, ਜੋ 25 ਜੂਨ 1894 ਨੂੰ ਪੈਰਿਸ ਵਿਖੇ ਆਯੋਜਿਤ ਇੰਟਰਨੈਸ਼ਨਲ ਐਥਲੈਟਿਕ ਕਾਨਫਰੰਸ ਦੌਰਾਨ ਬਣਾਈ ਗਈ। ਫਸਟ ਕਮੇਟੀ ਨੂੰ ਬੈਰਨ ਡੀ ਕੈਬਰੀਅਨ ਨੇ ਨੋਮੀਨੇਟ ਕੀਤਾ। ਉਸ ਦੇ 15 ਮੈਂਬਰ ਦੀ ਸਿਲੈਕਸ਼ਨ ਪਰਸਨਲ, ਜਿਸ ਵਿੱਚ ਉਸ ਨੇ ਕੌਨਫੀਡੈਂਸ ਸੀ ਕਿ ਉਹ ਓਲੰਪਿਕਸ ਆਈਡੀਆ ਨੂੰ ਇਨਕਰੇਜ ਕਰਨ ਵਿੱਚ ਹੈਲਪ ਕਰ ਸਕਦਾ। ਇਸ ਦਾ ਹੈੱਡਕੁਆਟਰ ਲੌਸਨੇ ਵਿੱਚ ਲੋਕੇਟਡ ਹੈ, ਜੋ ਸਵਿਟਜ਼ਰਲੈਂਡ 'ਚ। ਯਾਦ ਰੱਖਿਓ ਜੀ, MCQs ਆ ਸਕਦਾ ਵਾ। ਓਲੰਪਿਕ ਗਵਰਨਿੰਗ ਬਾਡੀ ਦਾ ਜਿਹੜਾ ਆਫਿਸ ਆ ਉਹ ਕਿੱਥੇ ਆ? ਲੌਸਨੇ। ਅੱਗੇ ਜੀ IOC ਇੱਕ ਪਰਮਾਨੈਂਟ ਐਂਡ ਸੈਲਫ ਇਲੈਕਟਡ ਬਾਡੀ ਹੈ, ਜਿਸ ਦਾ ਘੱਟੋ ਘੱਟ ਇੱਕ ਮੈਂਬਰ ਹਰ ਕੰਟਰੀ ਦਾ ਹੁੰਦਾ ਹੈ। ਇੱਥੋਂ ਤੱਕ ਕਿ ਨੈਸ਼ਨਲ ਓਲੰਪਿਕ ਕਮੇਟੀ ਹੁੰਦੀ ਹੈ। ਹਾਲਾਂਕਿ ਉਹ ਕੰਟਰੀ ਜਿਨ੍ਹਾਂ ਨੇ ਇੱਕ ਵਾਰ ਓਲੰਪਿਕਸ ਗੇਮ ਕਰਵਾਈਆਂ ਜਾਂ ਓਲੰਪਿਕ ਮੂਵਮੈਂਟ ਵਿੱਚ ਸਪੈਸ਼ਲ ਕੰਟਰੀਬਿਊਟ ਕੀਤਾ, ਉਸ ਨੂੰ 2 ਮੈਂਬਰਾਂ ਦੁਆਰਾ ਰਿਪਰੈਜ਼ੈਂਟ ਕਰਨ ਦਾ ਔਨਰ ਪ੍ਰਾਪਤ ਹੁੰਦਾ ਹੈ। ਇੰਡੀਆ ਤੋਂ 1920 ਵਿੱਚ ਸਰ ਡਰੋਬਜੀ ਜਮਸ਼ੇਦਜੀ ਟਾਟਾ, 1932 ਵਿੱਚ ਮਿਸਟਰ GD ਸੋਂਧੀ ਐਂਡ 1947 ਵਿੱਚ ਰਾਜਾ ਭਲੇਂਦਰ ਸਿੰਘ ਨੂੰ IOC ਦੇ ਮੈਂਬਰ ਬਣਨ ਦਾ ਮਾਣ ਪ੍ਰਾਪਤ ਹੋਇਆ ਸੀ।
याद रखियो जी, सब तो पहला जिहड़ा मैंबर सीगा सर ड्रॉबजी, ये याद रखियो, MCQ आ सकता वा। उस तो बाद बेटा आ गया जी समर ओलंपिक्स। समर ओलंपिक्स गेम एंड ओलंपीड दियाँ गेम्स पहली बार 1896 ਵਿੱਚ ਆਰਗੇਨਾਈਜ਼ ਕੀਤੀਆਂ ਗਈਆਂ ਸਨ। ਇਹ ਇੱਕ ਇੰਟਰਨੈਸ਼ਨਲ ਮਲਟੀ ਸਪੋਰਟਸ ਇਵੈਂਟ ਸੀ ਜਿਸ ਨੂੰ ਆਰਗੇਨਾਈਜ਼ ਹਰ 4 ਸਾਲ ਬਾਅਦ ਇੱਕ ਵੱਖਰੀ ਸਿਟੀ ਦੁਆਰਾ ਕੀਤਾ ਜਾਂਦਾ ਸੀ। ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਆਰਗੇਨਾਈਜ਼ ਕੀਤਾ ਗੇਮ ਐਂਡ ਓਵਰਸੀਜ਼ ਹੋਸਟ ਸਿਟੀ ਦੀਆਂ ਪ੍ਰੈਪਰੇਸ਼ਨ 'ਤੇ ਨਿਗਰਾਨੀ ਕਰਦੀ ਹੈ। ਹਰ ਓਲੰਪਿਕ ਵਿੱਚ ਗੋਲਡ ਮੈਡਲ ਫਸਟ ਪੋਜੀਸ਼ਨ ਲਈ, ਸਿਲਵਰ ਸੈਕਿੰਡ ਲਈ ਅਤੇ ਬਰਾਊਨਜ਼ ਮੈਡਲ ਥਰਡ ਪੋਜੀਸ਼ਨ ਲਈ ਦਿੱਤੇ ਜਾਂਦੇ ਹਨ। ਟਰਡੀਸ਼ਨ ਦੀ ਸ਼ੁਰੂਆਤ 1904 ਵਿੱਚ ਵਿੰਟਰ ਓਲੰਪਿਕਸ ਗੇਮ ਅਤੇ ਸਮਰ ਓਲੰਪਿਕ ਗੇਮ ਦੀ ਸਕਸੈਸ ਤੋਂ ਬਾਅਦ ਸਟਾਰਟ ਕੀਤੀਆਂ ਗਈਆਂ ਸਨ। ਹੁਣ ਬੇਟਾ ਵਿੰਟਰ ਓਲੰਪਿਕਸ ਦੇ ਵਿੱਚ ਆ ਜਾਓ। ਵਿੰਟਰ ਓਲੰਪਿਕਸ ਗੇਮ ਇੱਕ ਮੇਜਰ ਇੰਟਰਨੈਸ਼ਨਲ ਸਪੋਰਟਿੰਗ ਇਵੈਂਟ ਹੈ ਜੋ ਹਰ 4 ਈਅਰ ਬਾਅਦ ਇੱਕ ਵਾਰ ਹੁੰਦਾ ਹੈ। ਇਸ ਦੇ ਉਲਟ ਸਮਰ ਓਲੰਪਿਕਸ ਵਿੰਟਰ ਓਲੰਪਿਕਸ ਦੀ ਪ੍ਰੈਕਟਿਸ, ਜਿਵੇਂ ਸਮਰ ਓਲੰਪਿਕਸ ਆ ਉਹਦੀ ਵਿੰਟਰ ਓਲੰਪਿਕਸ ਦੀ ਪ੍ਰੈਕਟਿਸ ਜਿਹੜੀ ਹੁੰਦੀ ਹੈ ਆਈਸ ਅਤੇ ਸਨੋ 'ਤੇ ਹੁੰਦੀ ਹੈ। ਇਹ ਜਿਹੜੀਆਂ ਗੇਮਸ ਹੁੰਦੀਆਂ ਬੇਟਾ ਇਹ ਆਈਸ ਅਤੇ ਸਨੋ ਨਾਲ ਰਿਲੇਟਡ ਹੀ ਹੁੰਦੀਆਂ ਨੇ, ਇਸ ਕਰਕੇ ਇਹਨੂੰ ਵਿੰਟਰ ਓਲੰਪਿਕਸ ਕਿਹਾ ਜਾਂਦਾ ਵਾ। ਪਹਿਲੀ ਵਿੰਟਰ ਓਲੰਪਿਕਸ 1924 ਫਰਾਂਸ ਦੇ ਚੈਮਿਓਨਿਕਸ ਵਿੱਚ ਹੋਈ ਸੀ। ਅਸਲ 5 ਗੇਮਸ ਜਿਹਦੇ ਵਿੱਚ ਬੋਬਲੇਸ, ਕਰਲਿੰਗ, ਆਈਸ ਹਾਕੀ, ਨੌਰਡਿਕ ਸਕੀਇੰਗ ਐਂਡ ਸਕੇਟਿੰਗ ਸ਼ਾਮਲ ਹਨ। 1924 to 1936 ਤੱਕ ਆਈਸ ਹਾਕੀ ਹਰ 4 ਸਾਲ ਬਾਅਦ ਹੁੰਦੀਆਂ ਹਨ, ਜਿਸ ਤੋਂ ਬਾਅਦ ਉਸ ਨੂੰ ਸੈਕਿੰਡ ਵਰਲਡ ਵਾਰ ਕਾਰਨ ਰੋਕਿਆ ਗਿਆ। ਇਹ ਓਲੰਪਿਕਸ 1948 ਤੋਂ ਬਾਅਦ ਸ਼ੁਰੂ ਹੋਈਆਂ, ਜੋ ਹਰ 4 ਸਾਲ ਬਾਅਦ ਦੁਬਾਰਾ ਸ਼ੁਰੂ ਹੁੰਦੀਆਂ ਹਨ। 1992 ਵਿੱਚ ਦੋਵੇਂ ਓਲੰਪਿਕਸ ਇੱਕ ਸਾਲ ਕਰਵਾਈਆਂ ਗਈਆਂ। 1986 ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਸਮਰ ਅਤੇ ਵਿੰਟਰ ਓਲੰਪਿਕਸ ਵੱਖਰੇ ਤੌਰ 'ਤੇ ਆਰਗੇਨਾਈਜ਼ਡ ਕੀਤੀਆਂ ਜਾਂਦੀਆਂ ਹਨ, ਹਰ 2 ਸਾਲ ਬਾਅਦ ਬਦਲਦੀਆਂ ਹਨ। ਇਹਦੇ ਵਿੱਚ ਵੀ ਬੇਟਾ ਵਿੰਟਰ ਓਲੰਪਿਕਸ ਵੀ ਸਿਰਫ ਇੰਨਾ ਕਿ ਤੁਹਾਨੂੰ ਯਾਦ ਕਰਨ ਦੀ ਲੋੜ ਆ, ਜ਼ਿਆਦਾ ਕਰਨ ਦੀ ਲੋੜ ਨਹੀਂ ਹੈਗੀ। ਨੈਕਸਟ ਆ ਗਿਆ ਬੇਟਾ ਆਪਣਾ ਪੈਰਾ ਓਲੰਪਿਕਸ। ਹੁਣ ਪੈਰਾ ਓਲੰਪਿਕਸ ਨੂੰ ਤੁਸੀਂ ਸਮਝੋ ਹੁੰਦਾ ਕੀ ਆ। ਪੈਰਾ ਓਲੰਪਿਕਸ ਦੇ ਵਿੱਚ ਉਹ ਐਥਲੀਟ ਪਾਰਟੀਸਪੇਟ ਕਰਦੇ ਨੇ ਜਿਨ੍ਹਾਂ ਨੂੰ ਕੋਈ ਡਿਸੇਬਿਲਿਟੀ ਆ ਜਾਂ ਕੋਈ ਉਹ ਇਨਸਾਨ ਹੈਂਡੀਕੈਪਡ ਆ, ਉਹਨਾਂ ਨੂੰ ਕਹਿੰਦੇ ਆ ਪੈਰਾ ਓਲੰਪਿਕਸ। ਅੱਛਾ ਜੀ, ਪੈਰਾ ਓਲੰਪਿਕਸ ਗੇਮ ਮੇਜਰ ਇੰਟਰਨੈਸ਼ਨਲ ਮਲਟੀ ਸਪੋਰਟਸ ਇਵੈਂਟ ਹੈ ਜਿਸ ਵਿੱਚ ਐਥਲੀਟ ਫਿਜ਼ੀਕਲੀ ਡਿਸਐਬਿਲਿਟੀ ਦੀ ਰੇਂਜ ਇਨਕਲੂਡ ਹੈ, ਜਿਸ ਵਿੱਚ ਮੂਵਮੈਂਟ ਦੀ ਇੰਪੇਅਰਮੈਂਟ ਰੇਂਜ, ਲਿੰਬ ਡੈਫੀਸ਼ੀਐਂਸੀ, ਲੈਗ ਲੈਂਥ ਡਿਫਰੈਂਸਸ, ਸ਼ਾਰਟ ਸਟਰਕਚਰ, ਹਾਈਪੋਟੋਨੀਆ, ਐਕਸਟੀਰੀਆ, ਥਾਈਟੋਸਿਸ, ਵਿਜ਼ਨ ਇੰਪੇਅਰਮੈਂਟ ਅਤੇ ਇੰਟਲੈਕਚੁਅਲ ਇੰਪੇਅਰਮੈਂਟ। ਹੁਣ ਬੇਟਾ ਇਹਦੇ 'ਚ ਇਹ 5-6 ਚੀਜ਼ਾਂ ਹੁੰਦੀਆਂ ਨੇ, ਠੀਕ ਹੈ ਜੀ। ਹਾਂਜੀ ਬੇਟਾ, ਅੱਗੇ ਆ ਗਿਆ ਜੀ ਦਾ ਪੈਰਾਲੰਪਿਕ ਮੂਵਮੈਂਟ। 1944 ਵਿੱਚ ਬ੍ਰਿਟਿਸ਼ ਗੌਰਮੈਂਟ ਦੀ ਰਿਕੁਐਸਟ 'ਤੇ ਡਾਕਟਰ ਲੁਡਵਿਗ ਗੁਟਮੈਨ ਨੇ ਸਪਾਈਨਲ ਕੋਰਡ ਇੰਜਰੀ ਸੈਂਟਰਸ ਸਟ੍ਰੋਕ ਮਾਈਂਡਵਿਲ ਹੌਸਪੀਟਲ ਓਪਨਡ ਕੀਤਾ। ਬੇਟਾ ਯਾਦ ਰੱਖਣ ਵਾਲਾ ਵਾ, ਪੈਰਾਲੰਪਿਕਸ ਮੂਵਮੈਂਟ 1944 ਦੇ ਵਿੱਚ ਬ੍ਰਿਟਿਸ਼ ਗੌਰਮੈਂਟ ਨੇ ਸਟਾਰਟ ਕੀਤੀ ਸੀਗੀ। ਇਹਦੇ ਵਿੱਚ ਡਾਕਟਰ ਲੁਡਵਿਗ ਗੁਟਮੈਨ ਨੇ ਸਭ ਤੋਂ ਪਹਿਲੀ ਵਾਰੀ ਇਹਨੂੰ ਓਪਨ ਕੀਤਾ ਸੀਗਾ। ਗ੍ਰੇਟ ਬ੍ਰਿਟੇਨ ਵਿੱਚ ਡਾਕਟਰ ਲੁਡਵਿਗ ਦਾ ਏਮ ਸੀ ਕਿ ਅਲੀਟ ਸਪੋਰਟਸ ਕੰਪੀਟੀਸ਼ਨ ਡਿਸੇਬਿਲਿਟੀ ਵਾਲੇ ਲੋਕਾਂ ਲਈ ਹੋਵੇ ਜੋ ਕਿ ਓਲੰਪਿਕਸ ਦੇ ਬਰਾਬਰ ਹੋਵੇ। 1948 ਵਿੱਚ ਸਰ ਲੁਡਵਿਗ ਗੁਟਮੈਨ ਨੇ ਸਟ੍ਰੋਕ ਸੈਂਟਰਲ ਮਾਈਂਡਵਿਲ ਇੰਗਲੈਂਡ ਵਿਖੇ ਸਪਾਈਨਲ ਕੋਰਡ ਇੰਜਰੀ ਵਾਲੇ ਲੋਕ ਜੋ ਕਿ ਸੈਕਿੰਡ ਵਰਲਡ ਵਾਰ ਵਾਲੇ ਲੋਕਾਂ ਨੂੰ ਸ਼ਾਮਲ ਕਰਨ ਲਈ ਇੱਕ ਸਪੋਰਟਸ ਕੰਪੀਟੀਸ਼ਨ ਕਰਵਾਏ। ਹੁਣ ਬੇਟਾ ਇਹਦੇ ਵਿੱਚ ਜਿਹੜਾ ਸੈਕਿੰਡ ਵਰਲਡ ਵਾਰ ਦੇ ਵਿੱਚ ਜਿਹੜੇ ਇੰਗਲੈਂਡ ਦੇ ਮਤਲਬ ਕਿ ਆਪਾਂ ਸੈਨਿਕ ਸੀਗੇ ਜਿਨ੍ਹਾਂ ਨੂੰ ਕੋਈ ਇੰਜਰੀਜ਼ ਹੋ ਗਈਆਂ, ਖਾਸ ਕਰ ਸਪਾਈਨਲ ਕੋਰਡ ਦੀਆਂ ਜਿਨ੍ਹਾਂ ਨੂੰ ਕੋਈ ਇੰਜਰੀਜ਼ ਸੀਗੀਆਂ, ਉਹ ਕਿਸੇ ਲੋਕ ਉਹ ਫੌਜੀ ਕੀ ਸੀਗੇ ਜ਼ਿਆਦਾ ਘਰਾਂ 'ਚ ਇਕੱਲੇ ਰਹਿਣ ਕਰਕੇ, ਅਤੇ ਇੱਕ ਉਹਨਾਂ ਦੀ ਇੰਜਰੀਜ਼ ਬਹੁਤ ਜ਼ਿਆਦਾ ਸੀਗੀ, ਇਸ ਕਰਕੇ ਉਹ ਡਿਪਰੈਸ਼ਨ 'ਚ ਆਉਣ ਲੱਗ ਪਏ ਸੀਗੇ। ਉਹਨਾਂ ਨੂੰ ਡਿਪਰੈਸ਼ਨ 'ਚ ਕੱਢਣ ਲਈ ਇਹ ਸਟਾਰਟ ਕੀਤਾ ਗਿਆ ਸੀ ਬੇਸਿਕਲੀ।
4 ਸਾਲ ਬਾਅਦ ਕੰਪੀਟੀਟਰ ਹਾਲੈਂਡ ਗੇਮਸ ਵਿੱਚ ਸ਼ਾਮਲ ਹੋ ਗਈਆਂ। ਇਹ ਜਿਹੜਾ ਇਵੈਂਟ ਸੀਗਾ 4 ਸਾਲ ਬਾਅਦ ਹਾਲੈਂਡ ਗੇਮ ਵਿੱਚ ਸ਼ਾਮਲ ਹੋ ਗਿਆ ਸੀ। ਐਂਡ ਇੰਟਰਨੈਸ਼ਨਲ ਮੂਵਮੈਂਟ, ਜਿਸ ਨੂੰ ਹੁਣ ਪੈਰਾਲੰਪਿਕ ਮੂਵਮੈਂਟ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਗੇਮਸ ਬਾਅਦ ਵਿੱਚ ਪੈਰਾਲੰਪਿਕਸ ਗੇਮ ਬਣ ਗਈਆਂ, ਜੋ ਪਹਿਲੀ ਵਾਰ 1960 ਵਿੱਚ ਇਟਲੀ ਦੇ ਰੋਮ ਵਿਖੇ ਹੋਈਆਂ, ਜਿਸ ਵਿੱਚ 23 ਕੰਟਰੀਜ਼ ਦੇ 400 ਐਥਲੀਟਸ ਨੇ ਪਾਰਟੀਸਪੇਟ ਕੀਤਾ। 1976 ਵਿੱਚ ਪੈਰਾਲੰਪਿਕ ਹਿਸਟਰੀ ਵਿੱਚ ਪਹਿਲੀ ਵਾਰ ਵਿੰਟਰ ਗੇਮਸ ਸਵੀਡਨ ਵਿੱਚ ਹੈਲਡ ਕੀਤੀਆਂ ਗਈਆਂ, ਅਤੇ ਜਿਵੇਂ ਕਿ ਸਮਰ ਗੇਮਸ ਹਰ ਸਾਲ ਬਾਅਦ ਆਯੋਜਿਤ ਹੁੰਦੀਆਂ ਹਨ। ਇਹਦੇ ਵਿੱਚ ਵੀ ਬੇਟਾ ਬਸ ਤੁਹਾਨੂੰ ਇੰਨਾ ਕੀ ਪੜ੍ਹਨ ਦੀ ਜ਼ਰੂਰਤ ਆ, ਜ਼ਿਆਦਾ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ, ਕਿਉਂਕਿ ਇਹ ਬਹੁਤ ਜ਼ਿਆਦਾ ਡਿਟੇਲ 'ਚ ਦਿੱਤਾ, ਆਪਾਂ ਨੂੰ ਇਹਦਾ ਕੋਈ ਇੰਨਾ ਬੈਨੀਫਿਟ ਨਹੀਂ ਹੋਣਾ ਹੈਗਾ। ਬਸ ਇੰਨਾ ਕੀ ਕਰਨ ਦੀ ਜ਼ਰੂਰਤ ਆ।